ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮਾਤੁਲ ਤੁਮ ਆਪ ਹੋ, ਬਖਸ਼ਨ ਜੋਗ ਬਸਾਲ। ਓ ਔਗਨ ਤੁਮ ਬਿਖਰ ਰਹੈ, ਪੂਰਨ ਗੁਣ ਸਭ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਮਾਲਕ, ਆਗਿਆ ਭਈ ਅਕਾਲ ਕੀ। ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਰੋਜ਼ ਹੀ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਲਾ ਰਹੇ ਹੋ। एक घड़ी आदि घड़ी, आदि होते याद, भगतन सेती गोष्ठे, जो कीनो सो लाभ। जितना समा हो सके गुरु की संगत विच, नाम रस विच, महापुरुषां दी संगत, गुरबाणी नाल जुड़ के रहना, जां फिर गुरु दे सिमरन विच जुड़ के रहना, ये तो गुरु की बख्शिश नाल ही हो सकता है खालसा जीओ। पर फिर भी अरदास करिए, महाराज तुसी वड्डे हो, बख्शिंद हो, कृपालू हो महाराज। अपने खालसे पंथ नूं महाराज एकता दी दात बख्शिश करना। सारे जुड़ के रहिए, तुहाडे नाम नाल जुड़े रहिए। ऐसी बख्शिश धन गुरु ग्रंथ साहिब महाराज सबना ते कर रहे हैं खालसा जीओ। धन गुरु अर्जन देव महाराज जड़े अमृत दा मींह वरखा रहे हैं खालसा जी। निर्मल रसना अमृत पीओ, कि रब दे प्यारिओ अमृत दी दात छको, अमृत दा लाहा लो। मुड़ के अमृत नहीं मिलना जो इस जन्म विच गुरबाणी दा अमृत है ना, मुड़ के नहीं मिलना। ये साध संगत रूपी अमृत ये मुड़ के नहीं मिलना। पीवो पोहल खंड धार होए जन्म सुहेला, वाह वाह गोबिंद सिंह आपे गुरजेला। ऐसे कलगीधर पातशाह जी जिन्हां ने आप गोबिंद राय तो गोबिंद सिंह बन के महाराज जी ने अमृत की दात प्राप्त की। वो साडे लिए संकेत है कि सारे भी गुरु वाले बनिए। गुरु तो नाम अमृत खंडे बाटे का अमृत छक के अपने जीवन को चढ़ती कला विच लै जाइए। ये मत वेखना कि उन्हें किरपान पाई वो तो भैड़े कम करता है जी। किसी बुरे वल ना वेखो, हमेशा चंगे वल वेखो। बुराई दुनिया विच बहुत है, चंगियाई थोड़ी है। चंगियाई वाल वेखो भाई, ते आपे चंगियाई तुहाडे अंदर आ जाएगी। जे बुराई वाल वेखोगे भी ये भी बुरा, ये भी बुरा, सारी दुनिया ही बुरी रहे। फिर तो वो दुर्योधन चंगा बंदा लभण गया, कोई चंगा बंदा लभे ना खालसा जी, क्योंकि आप ही बुरा सी, सारे ही बुरे हैं। युधिष्ठिर को बुरा बंदा लभण गया, उन्होंने को बुरा नजर ना आया। कहता सब ते हम बुरे, हम तज भलो सब कोए।
ਇਹ ਜੋ ਅਵਸਥਾ ਹੈ ਕਿਸੇ ਗੁਰਮੁਖ ਦੀ ਅਵਸਥਾ ਹੈ ਤਾਂ ਮਨਮੁਖ ਦੀ ਅਵਸਥਾ ਹੈ ਖਾਲਸਾ ਜੀ। ਚੰਗਿਆਈ ਅਤੇ ਬੁਰਾਈ ਜਿਹਦੀ ਦ੍ਰਿਸ਼ਟੀ ਵਿੱਚ ਏਕਤਾ ਹੈ ਉਹਨੂੰ ਤਾਂ ਹਰ ਪਾਸੇ ਚੰਗਿਆਈ ਨਜ਼ਰ ਆਵੇਗੀ, ਜਿਹਦੇ ਹਿਰਦੇ ਵਿੱਚ ਦੁਬਦਾ ਹੈ ਉਹਨੂੰ ਹਰ ਪਾਸੇ ਬੁਰਾਈ ਨਜ਼ਰ ਆਵੇਗੀ। ਇਸ ਕਰਕੇ ਇਹ ਨਾ ਵੇਖੋ ਵੀ ਇਹ ਬੰਦਾ ਤੇ ਬੁਰੇ ਕੰਮ ਕਰਦਾ ਹੈ, ਤੋ ਚੰਗੇ ਵੀ ਤਾਂ ਬੜੇ ਹਨ ਭਾਈ। ਉਹਨਾਂ ਸੰਤਾਂ ਮਹਾਂਪੁਰਖਾਂ ਵੱਲ ਵੇਖੋ ਜਿਹੜੇ ਨਾਮ ਦੇ ਰਸੀ ਹਨ, ਜੁੜੇ ਹਨ, ਦਿਨ ਰਾਤ ਜੁੜੇ ਰਹਿੰਦੇ ਨਾਮ ਰਸ ਵਿੱਚ। ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਭਾਈ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਚੁਬਾਰਾ ਸਾਹਿਬ ਦੇ ਸਾਹਮਣੇ ਬੈਠੇ ਹਨ ਮਹਾਰਾਜ। ਬਾਬਾ ਮੋਹਨ ਜੀ ਪੋਥੀਆਂ ਲੈ ਕੇ ਥੱਲੇ ਆ ਗਏ ਖਾਲਸਾ ਜੀਓ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਜਦੋਂ ਇਹ ਸ਼ਬਦ ਉਚਾਰਿਆ ਮੋਹਨ ਜੀ ਨੇ ਵਿਚਾਰ ਕੀਤੀ ਵੀ ਇਹ ਤਾਂ ਸੰਤ ਮਹਾਂਪੁਰਖ ਹਨ, ਆਪ ਪਰਮੇਸ਼ਰ ਹਨ, ਜਿਨ੍ਹਾਂ ਦੇ ਮਨ ਵਿੱਚ ਰੱਤਾ ਵੀ ਕ੍ਰੋਧ ਨਹੀਂ, ਈਰਖਾ ਨਹੀਂ, ਦਵੈਸ਼ ਨਹੀਂ। ਇਹੀ ਹਨ ਗੁਰੂ ਨਾਨਕ ਮਹਾਰਾਜ। ਪੋਥੀਆਂ ਲੈ ਕੇ ਸਾਹਮਣੇ ਆ ਗਏ। ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅੱਖਾਂ ਨੇਤਰ ਖਾਲਸਾ ਜੀ ਮੋਂਦੇ ਹੋਏ, ਅੰਤਰਮੁਖੀ ਨੇਤਰ ਹਨ ਮਹਾਰਾਜ ਦੇ। ਮੋਹਨ ਜੀ ਨੇ ਮੱਥਾ ਟੇਕਿਆ, ਸਤਿਗੁਰ ਨੇ ਨੇਤਰ ਖੋਲੇ, ਕਹਿਣ ਲੱਗੇ ਮੋਹਨ ਜੀ ਇਹ ਨਾ ਕਰੋ, ਤੁਸੀਂ ਵੱਡੇ ਹੋ, ਸਾਡੇ ਮਾਮਾ ਜੀ ਹੋ, ਸਤਿਕਾਰਯੋਗ ਹੋ। ਤੇ ਮੋਹਨ ਜੀ ਕਹਿਣ ਲੱਗੇ ਨਹੀਂ ਮਹਾਰਾਜ ਅੱਜ ਟੇਕ ਲੈਣ ਦੋ, ਅੱਜ ਮਹਾਰਾਜ ਆਪਣੀ ਗਲਤੀ ਨੂੰ ਮੁਆਫ ਕਰ ਲੈਣ ਦੋ। ਤੇ ਕੀ ਗਲਤੀ ਹੈ ਬਾਬਾ ਮੋਹਨ ਜੀ ਦੀ ਜੋ ਉਹਨਾਂ ਨੇ ਕੀਤੀ ਸੀ ਖਾਲਸਾ ਜੀਓ, ਅੱਜ ਉਸ ਬਾਰੇ ਜ਼ਿਕਰ ਆ ਰਿਹਾ ਹੈ। ਆਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਮਾਤੁਲ ਤੁਮ ਆਪ ਹੋ, ਬਖਸ਼ਨ ਜੋਗ ਬਸਾਲ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਮਾਮਾ ਜੀ ਤੁਸੀਂ ਸਤਿਕਾਰਯੋਗ ਹੋ, ਸ੍ਰੀ ਸ਼੍ਰੋਮਣੀ ਹੋ, ਸਤਿਕਾਰਯੋਗ ਹੋ, ਸਾਡੇ ਮਾਮਾ ਜੀ ਹੋ। ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਸਾਨੂੰ ਮੱਥਾ ਟੇਕੋ, ਤੁਸੀਂ ਸ਼੍ਰੋਮਣੀ ਹੋ, ਬਜ਼ੁਰਗ ਹੋ, ਸਿਆਣੇ ਹੋ। ਓ ਔਗਨ ਤੁਮ ਬਿਖਰ ਹੈ, ਪੂਰਨ ਗੁਣ ਸਭ ਕਾਲ। ਤੁਸੀਂ ਤਾਂ ਹਰ ਵੇਲੇ ਪੂਰਨ ਹੋ, ਰੱਬ ਨਾਲ ਜੁੜੇ ਹੋਏ ਹੋ। ਤੁਹਾਡੇ 'ਚ ਕਿਹੜਾ ਕੋਈ ਵਖਰੇਵਾ ਹੈ, ਤੁਹਾਡੇ 'ਚ ਕਿਹੜਾ ਕੋਈ ਦਵੈਸ਼ ਹੈ? ਤੁਸੀਂ ਤਾਂ ਹਰ ਵੇਲੇ ਜੁੜੇ ਰਹਿਣ ਵਾਲੇ ਹੋ। ਦੱਸੋ ਤਾਂ ਸਹੀ ਮੋਹਨ ਜੀ, ਤੁਹਾਡੇ ਵਿੱਚ ਕਿਹੜਾ ਔਗੁਣ ਰਹਿ ਗਿਆ ਹੈ? ਚੌਪਈ ਸ੍ਰੀ ਅਰਜਨ ਤੇ ਸੁਨ ਇਮ ਕਹਿਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਜਦੋਂ ਇਹ ਪਾਵਨ ਬਚਨ ਸੁਣਿਆ ਹੈ ਬਾਬਾ ਮੋਹਨ ਜੀ ਨੇ, ਪ੍ਰਥਮ ਪ੍ਰਸੰਗ ਸਰਬ ਤੁਮ ਲਹਿਓ। ਤੇ ਬਾਬਾ ਮੋਹਨ ਜੀ ਕਹਿਣ ਲੱਗੇ ਮਹਾਰਾਜ ਆਪ ਸਭ ਜਾਣੀ ਜਾਣੋ। ਤੁਹਾਡੇ ਸਾਹਮਣੇ ਮੈਂ ਕੀ ਬੋਲਾਂ ਸਤਿਗੁਰ ਜੀ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ
ਪੀਰ ਪਛਾਨਤ। ਮਹਾਰਾਜ ਸਾਰਾ ਪ੍ਰਸੰਗ ਆਪ ਜਾਣਦੇ ਹੋ। ਤੋ ਸੁਨੋ ਸਭ ਤੁਮੈ ਸੁਨਾਵੋ। ਫਿਰ ਵੀ ਮਹਾਰਾਜ ਮੈਂ ਆਪ ਜੀ ਦੀ ਜੋ ਹੁਕਮ ਹੋਇਆ ਸੀ, ਆਪ ਜੀ ਦਾ ਆਦੇਸ਼ ਹੈ, ਉਸ ਆਦੇਸ਼ ਅਨੁਸਾਰ ਆਪ ਜੀ ਨੂੰ ਇਹ ਸਾਰਾ ਪ੍ਰਸੰਗ ਖੋਲ ਕੇ ਸੁਣਾਉਣਾ ਹਾਂ। ਪੁਨ ਹੈ ਢੀਠਤਾ ਨਿਜ ਬਖਸ਼ਾਵੋ। ਫਿਰ ਮਹਾਰਾਜ ਆਪਣੀ ਢੀਠਤਾਈ, ਆਪਣਾ ਜੋ ਨਿਸ਼ਠੁਰਪੁਣਾ ਹੈ, ਮਹਾਰਾਜ ਆਪਣੀ ਕੁੜਤਨ ਹੈ, ਮੈਂ ਉਹ ਬਖਸ਼ਾਵਾਂਗਾ। ਮਹਾਪੁਰਖ ਪੂਰਨ ਗੁਣ ਗਿਆਨੀ। ਤੁਸੀਂ ਤਾਂ ਮਹਾਪੁਰਖ ਹੋ ਸਤਿਗੁਰ ਜੀ, ਪੂਰਨ ਗੁਰ ਗਿਆਨੀ, ਐਸੇ ਗਿਆਨਵਾਨ ਹੋ ਕਿ ਸਾਰੀ ਦੁਨੀਆ ਦਾ ਗਿਆਨ ਤੁਹਾਡੇ ਅੰਦਰ ਹੈ। ਤੇ ਲੋਕੀ ਦੇ ਗਿਆਤਾ ਹੋ, ਬ੍ਰਹਮ ਗਿਆਨ ਦੇ ਮਾਲਕ ਹੋ, ਆਪ ਪਰਮੇਸ਼ਰ ਸਰੂਪ ਹੋ। ਹਮਾਰੇ ਪਿਤਾ ਭੈ ਸੁਖ ਦਾਨੀ। हे ਸਤਿਗੁਰ ਜੀ, ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਸੁੱਖਾਂ ਦੇ ਦਾਨੀ ਹੋਏ। ਸ੍ਰੀ ਗੁਰ ਰਾਮਦਾਸ ਬੜ ਭਾਗੇ। ਤੇ ਉਹਨਾਂ ਦੀ ਸੇਵਾ ਕਿਹਨਾਂ ਨੇ ਕੀਤੀ? ਧੰਨ ਗੁਰੂ ਰਾਮਦਾਸ ਮਹਾਰਾਜ ਜੋ ਵੱਡੇ ਭਾਗਾਂ ਵਾਲੇ ਸਨ। ਪਰਮ ਪ੍ਰੇਮ ਤੇ ਸੇਵਾ ਲਾਗੇ। ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਪ੍ਰੇਮ ਨਾਲ ਸੇਵਾ ਕੀਤੀ, ਵੱਧਾ ਚੱਟੀ ਨਹੀਂ, ਪ੍ਰੇਮ ਨਾਲ, ਸ਼ੌਕ ਨਾਲ 22 ਸਾਲ ਸੇਵਾ ਕਰਕੇ। ਆਪਾ ਨਹੀਂ ਜਨਾਵਨ ਕੀਨਸ। ਤੇ ਸੇਵਾ ਕਰਦਿਆਂ ਕਦੀ ਆਪਾ ਨਹੀਂ ਜਣਾਇਆ ਕਿ ਮੈਂ ਸੇਵਾ ਕਰਦਾ ਜੀ, ਮੈਂ 22 ਸਾਲ ਸੇਵਾ ਕਰ ਲਈ, ਇਹ ਕਦੀ ਨਹੀਂ ਜਣਾਇਆ। ਹਰ ਵੇਲੇ ਅੱਖਾਂ ਨੀਵੀਆਂ ਤੇ ਹੱਥ ਜੁੜੇ ਹਨ। ਨਿਰਹੰਕਾਰ ਗਰੀਬੀ ਲੀਨਸ। ਧੰਨ ਗੁਰੂ ਰਾਮਦਾਸ ਮਹਾਰਾਜ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ। ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ। ਨਿਰਅਹੰਕਾਰ, ਗਰੀਬੀ, ਇਹ ਦੋ ਗੁਣਾ ਕਰਕੇ ਸਾਰੀ ਦੁਨੀਆ ਦੇ ਪਾਤਸ਼ਾਹ ਬਣ ਗਏ ਖਾਲਸਾ ਜੀਓ। ਦੀਨ ਦੁਨੀਆ ਦੇ ਪਾਤਸ਼ਾਹ ਬਣੇ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਦੇਖੋ, ਗਰੀਬੀ ਕਰਕੇ, ਨਿਮਰਤਾ ਕਰਕੇ, ਨਿਰੰਕਾਰ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਸੇਵਾ ਕੀਤੀ ਹੈ। ਸਭ ਗੁਣ ਪੂਰਨ ਸ੍ਰੀ ਗੁਰ ਜਾਣੇ। ਤੇ ਉਹਨਾਂ ਨੇ ਇਹੀ ਜਾਣਿਆ ਕਿ ਗੁਰੂ ਅਮਰਦਾਸ ਮਹਾਰਾਜ ਸਭ ਗੁਣਾ ਕਰਕੇ ਪੂਰਨ ਹਨ। ਸਭ ਔਗਣ ਆਪਣੇ ਮਹਿਮਾਨੇ। ਆਪਣੇ ਨੂੰ ਹਮੇਸ਼ਾ ਨੀਵਾ ਕਰਕੇ ਜਾਣਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ। ਆਪਣੇ ਗੁਰੂ ਨੂੰ ਵੱਡਾ ਕਰਕੇ ਜਾਣਿਆ ਕਿ ਮੇਰਾ ਗੁਰੂ ਵੱਡਾ ਹੈ। ਗੁਣਾ ਕਰਕੇ ਸੰਪੂਰਨ ਹਨ, ਕੋਈ ਵੀ ਇਹਨਾਂ ਵਿੱਚ ਘਾਟ ਨਹੀਂ, ਤੇ ਮੈਂ ਨੀਵਾ ਹਾਂ, ਗਰੀਬ ਹਾਂ, ਨਿਮਾਣਾ ਹਾਂ, ਨਿਤਾਣਾ ਹਾਂ, ਮੈਨੂੰ ਕੋਈ ਪੁੱਛ ਕੇ ਰਾਜੀ ਨਹੀਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਗੁਰ ਸੰਗ ਕੀੜੇ ਹਮ ਥਾਪੇ। ਅਸੀਂ ਤਾਂ ਕੀੜੇ ਹਾਂ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਆਪ ਨੂੰ ਇਹ ਜਾਣਿਆ ਹੈ। ਜੇ ਦਿਨ ਕੋ ਕਹਿ ਆਧੀ ਰਾਤ। ਜੇ ਗੁਰੂ ਅਮਰਦਾਸ ਮਹਾਰਾਜ ਕਹਿ ਦੇਣ ਕਿ ਰਾਮਦਾਸ ਜੀ, ਜੇਠਾ ਜੀ, ਇਹ ਦਿਨ ਨਹੀਂ, ਇਹ ਅੱਧੀ ਰਾਤ ਹੈ। ਦਿਨ ਚੜਿਆ ਹੋਵੇ, ਸ਼ਿਖਰ ਦੁਪਹਿਰਾ ਹੋਵੇ ਖਾਲਸਾ ਜੀਓ, ਤੇ ਗੁਰੂ ਅਮਰਦਾਸ ਮਹਾਰਾਜ ਕਹਿ ਦੇਣ ਭਾਈ ਜੇਠਾ ਜੀ ਅੱਧੀ ਰਾਤ ਹੈ ਨਾ, ਤੇ ਕੀ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ? ਪਿਓ ਮਨ ਹੈ ਭਾਖੇ ਸਤ ਬਾਤ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਤ ਬਚਨ ਮਹਾਂਪੁਰਖੋ, ਸਤ ਬਚਨ ਗੁਰੂ ਜੀ ਇਹੀ ਹੈ ਮਹਾਰਾਜ, ਅੱਧੀ ਰਾਤ ਹੈ। ਦਿਨ ਨੂੰ ਵੀ ਅੱਧੀ ਰਾਤ ਕਹਿਣਾ, ਗੁਰੂ ਦੇ ਬਚਨਾਂ ਨੂੰ ਉਲਟਾਣਾ ਕਦੀ ਨਹੀਂ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼।
ਉਹ ਸਤ ਉਹਨਾਂ ਦੇ ਅੰਦਰ ਆ ਗਿਆ, ਕਦੀ ਨਹੀਂ ਬਚਨ ਮੋੜਿਆ ਉਹਨਾਂ ਨੇ ਵੱਡੇ ਸਤਿਗੁਰੂ ਮਹਾਰਾਜ ਜੀ ਦਾ। ਇਸ ਦਿਨ ਸੇਵਾ ਮੋਹ ਅਨੁਰਾਗੇ, ਦਿਨ ਰਾਤ ਸੇਵਾ ਵਿੱਚ ਹੀ ਪ੍ਰੇਮ ਹੈ। ਕਦੀ ਬਾਲਣ ਤੋੜ ਕੇ ਲਿਆਉਣਾ, ਕਦੀ ਭਾਂਡੇ ਮਾਂਜਣੇ, ਕਦੀ ਪ੍ਰਸ਼ਾਦੇ ਬਣਾਉਣੇ, ਕਦੀ ਮਿੱਟੀ ਢੋਣੀ, ਕਦੀ ਕਈ ਚਲਾਣੀ, ਦਿਨ ਰਾਤ ਸੇਵਾ ਕਰਦੇ ਰਹਿਣਾ। ਇਹ ਨਹੀਂ ਵੇਖਿਆ ਵੀ ਦਿਨ ਹੈ ਰਾਤ ਹੈ, ਲਗਾਤਾਰ ਸੇਵਾ ਤੇ ਸਿਮਰਨ ਵਿੱਚ ਜੁੜੇ ਹੋਏ ਹਨ। ਸਰਬ ਭਾਂਤ ਜਗ ਕਾਰਜ ਤਿਆਗੇ, ਤੇ ਸਾਰੇ ਤਰੀਕੇ ਨਾਲ ਸਮਾਜ ਦੇ ਸਭ ਕਾਰਜ ਛੱਡ ਕੇ, ਧੰਦੇ ਛੱਡ ਕੇ, ਆਪਨੋ ਪਿਤ ਹਮ ਜਾਣਤ ਰਹੇ। ਅਸੀਂ ਤਾਂ ਇਹੀ ਜਾਣਦੇ ਰਹੇ ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ, ਪਰ ਗੁਰੂ ਰਾਮਦਾਸ ਮਹਾਰਾਜ ਨੇ ਨਹੀਂ ਜਾਣਿਆ। ਇਹ ਵੀ ਨਹੀਂ ਜਾਣਿਆ ਕਿ ਇਹ ਤਾਂ ਮੇਰੇ ਰਿਸ਼ਤੇਦਾਰ ਹਨ, ਇਹ ਕੁਛ ਨਹੀਂ ਜਾਣਿਆ। ਮੇਰੇ ਸਹੁਰਾ ਸਾਹਿਬ ਹਨ, ਇਹ ਵੀ ਨਹੀਂ ਜਾਣਿਆ। ਇਹ ਜਾਣਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ। ਗੁਰੂ ਅਮਰਦਾਸ ਮਹਾਰਾਜ ਪ੍ਰਤੱਖ ਗੁਰੂ ਪਰਮੇਸ਼ਰ ਹਨ। ਤੇ ਅਸੀਂ ਇਹ ਜਾਣਿਆ ਕਿ ਸਾਡੇ ਪਿਤਾ ਹੀ ਹਨ ਗੁਰੂ ਅਮਰਦਾਸ ਮਹਾਰਾਜ, ਸਾਨੂੰ ਸਭ ਕੁਝ ਆਪੇ ਦੇ ਦੇਣਗੇ। ਸਾਡੇ ਮਨ ਵਿੱਚ ਇਹੀ ਅਹੰਕਾਰ ਰਿਹਾ ਜੀ। ਈਸ਼ਵਰ ਆਪ ਭੇਵਨ ਲਹੈ, ਗੁਰੂ ਅਮਰਦਾਸ ਮਹਾਰਾਜ ਆਪ ਪਰਮੇਸ਼ਵਰ ਈਸ਼ਰ ਰੂਪ ਹਨ, ਪਰਮ ਈਸ਼ਰ ਹਨ। ਈਸ਼ਰ ਕਹਿੰਦੇ ਮਾਇਆ ਸਬਲ ਈਸ਼ ਕਹੀਤ ਹੈ, ਪਰ ਈਸ਼ਵਰ ਤੋਂ ਉੱਚੇ ਹਨ। ਉਹ ਮਾਇਆ ਦੀ ਨਿਰਲੇਪਤਾ ਤੋਂ ਖਾਲਸਾ ਜੀ ਪਰੇ ਹੀ ਹਨ ਮਹਾਰਾਜ। ਐਸੇ ਗੁਰੂ ਅਮਰਦਾਸ ਮਹਾਰਾਜ ਉਹ ਆਪ ਪਰਮੇਸ਼ਰ ਰੂਪ, ਪਰ ਅਸੀਂ ਇਹੀ ਜਾਣਿਆ ਕਿ ਸਾਡੇ ਪਿਤਾ ਹੀ ਹਨ। ਜੇ ਕੁਛ ਜਾਣਤ ਭੇ ਵਡਿਆਏ, ਇਹ ਸਤਿਗੁਰ ਜੀ, ਜੇ ਅਸੀਂ ਆਪਣੇ ਪਿਤਾ ਗੁਰੂ ਜੀ ਕੁਛ ਵਡਿਆਈ ਜਾਣਦੇ ਸੀ, ਤੋ ਪਿਤਾ ਲਖ ਹਮ ਸੁਖ ਦਾਏ। ਤੇ ਅਸੀਂ ਤਾਂ ਹੀ ਥੋੜਾ ਸਮਾਂ ਸੁਖ ਪ੍ਰਾਪਤ ਕੀਤਾ ਹੈ। ਉਹਨਾਂ ਨੂੰ ਪਿਤਾ ਜਾਣ ਕੇ ਸੁਖ ਪ੍ਰਾਪਤ ਕੀਤਾ ਹੈ, ਕਦੀ ਗੁਰੂ ਨਹੀਂ ਜਾਣਿਆ। ਸੇਵਨ ਕੀਨਸ ਕਹਿਓ ਨ ਮਾਨਿਓ, ਨਾ ਹੀ ਅਸੀਂ ਉਹਨਾਂ ਦੀ ਸੇਵਾ ਕੀਤੀ, ਸੇਵ ਨਾ ਕੀਨਿਓ, ਨਾ ਸੇਵਾ ਕੀਤੀ, ਨਾ ਉਹਨਾਂ ਦਾ ਕਿਹਾ ਹੋਇਆ ਬਚਨ ਮੰਨਿਆ ਹੈ। ਹਮਰੋ ਪਿਤਾ ਗਰਭ ਇਮ ਠਾਨਿਓ, ਤੇ ਸਾਡੇ ਮਨ ਵਿੱਚ ਇਹੀ ਅਹੰਕਾਰ ਰਿਹਾ ਕਿ ਸਾਡੇ ਪਿਤਾ ਹਨ, ਸਾਡੇ ਪਿਤਾ ਗੁਰੂ ਹਨ। ਸਾਰੀ ਦੁਨੀਆ ਮੱਥਾ ਟੇਕਦੀ ਹੈ ਇਹਨਾਂ ਦੇ ਚਰਨਾਂ ਵਿੱਚ, ਤੇ ਸਾਨੂੰ ਲੋਕੀ ਮੱਥਾ ਟੇਕਣਗੇ ਬਾਅਦ ਚੋਂ। ਇਹ ਸਾਡੇ ਮਨ ਵਿੱਚ ਅਹੰਕਾਰ ਰਿਹਾ ਕਿ ਪਿਤਾ ਤੋਂ ਬਾਅਦ ਗੁਰੂ ਅਸੀਂ ਬਣਾਂਗੇ। ਇਹੀ ਸਾਡੇ ਮਨ ਦਾ ਵੱਡਾ ਅਹੰਕਾਰ ਸੀ। ਸ੍ਰੀ ਗੁਰ ਰਾਮਦਾਸ ਪਰਅੰਤੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ, ਉਹਨਾਂ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਭੈ ਪ੍ਰਸੰਨ ਹਿਰਦੈ ਹਰ ਖਾਤੇ, ਤੇ ਹਿਰਦੇ ਕਰਕੇ, ਮਨ ਕਰਕੇ ਗੁਰੂ ਅਮਰਦਾਸ ਮਹਾਰਾਜ ਆਪ ਜੀ ਦੇ ਪਿਤਾ ਗੁਰੂ ਰਾਮਦਾਸ ਉੱਤੇ ਬੜੀ ਬਖਸ਼ਿਸ਼ ਕੀਤੀ। ਉਹਨਾਂ ਨੇ ਅੰਦਰੋਂ ਖੁਸ਼ ਹੋਏ ਹਨ। ਜਬ ਗੁਰਤਾ ਦੇਵਨ ਤਿਨ ਲਾਗੇ, ਤੇ ਜਦੋਂ ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਦੇਣ ਲੱਗੇ, ਸਭ ਤੇ ਅਦਕ ਜਾਨ ਅਨੁਰਾਗੇ, ਸਭ ਤੋਂ ਵੱਡਾ ਜਾਣਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪ੍ਰੇਮ ਕਰਕੇ ਵੀ ਇਹੀ ਵੱਡੇ ਹਨ। ਸੇਵਾ ਕਰਨ ਵਾਲਾ ਵੱਡਾ ਹੁੰਦਾ ਹੈ। ਨਿਵੈ ਸਗੌਰਾ ਹੋਏ, ਜਿਤਨਾ ਗੁਰੂ का प्यारा निवेगा उतना ਵੱਡਾ ਹੋ ਜਾਏਗਾ। ਗੁਰੂ ਰਾਮਦਾਸ ਮਹਾਰਾਜ 22 ਸਾਲ ਨੀਵੇਂ ਹੋ ਕੇ ਰਹੇ ਤੇ ਅੱਜ ਉਤਨੇ ਹੀ ਵੱਡੇ ਹੋ ਗਏ ਹਨ। ਪ੍ਰਥਮ ਹਕਾਰਨ ਕੀਨ ਸਮੋਹੇ, ਤੇ ਜਦੋਂ ਸਾਡੇ ਪਿਤਾ ਜੀ ਤੁਹਾਡੇ ਪਿਤਾ ਜੀ ਨੂੰ ਗੁਰਿਆਈ ਦੇਣ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਤੇ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਬੁਲਾਇਆ ਸੀ। ਹੈ ਇਨ ਪਗ ਲਗ ਸਭ ਸੁਖ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਬਾਬਾ ਮੋਹਨ ਜੀ ਉਠੋ, ਹੁਣ ਸਭ ਤੋਂ ਪਹਿਲਾਂ ਤੁਸੀਂ ਮੱਥਾ ਟੇਕੋ ਇਹਨਾਂ ਦੇ ਚਰਨਾਂ ਉੱਤੇ। ਅੱਜ ਤੋਂ ਬਾਅਦ ਸਾਡੀ ਥਾਂ ਤੇ ਗੁਰੂ ਕੌਣ ਹਨ? ਗੁਰੂ ਰਾਮਦਾਸ ਮਹਾਰਾਜ ਜੀ ਹਨ।
ਤੁਸੀਂ ਉੱਠ ਕੇ ਚਰਨਾਂ ਤੇ ਮੱਥਾ ਟੇਕੋ। ਪੁਰਤਾ ਉਚਤ ਜਾਨ ਹਮ ਦੀਨਸ। ਅਸਾਂ ਨੇ ਇਹੀ ਜਾਣਿਆ ਵੀ ਇਹ ਉਚਿਤ ਹਨ, ਲਾਇਕ ਹਨ, ਅਧਿਕਾਰੀ ਹਨ ਗੁਰਤਾ ਗੱਦੀ ਦੇ, ਗੁਰਿਆਈ ਦੇ, ਤੇ ਅਸੀਂ ਤਾਂ ਹੀ ਗੁਰਿਆਈ ਇਹਨਾਂ ਨੂੰ ਦੇ ਰਹੇ ਹਾਂ। ਅਜਰ ਜਰਨ ਐਨ ਔਰ ਲਖ ਲੀਨਸ। ਇਹ ਗੁਣ ਹਨ ਗੁਰਤਾ ਦੇ, ਗੁਰਿਆਈ ਦੇ ਖਾਲਸਾ ਜੀ। ਅਜਰ ਨੂੰ ਜਰਨਾ ਹੈ, ਬਹੁਤ ਵੱਡੀ ਸ਼ਕਤੀ ਹੈ, ਸਾਰੀ ਦੁਨੀਆ ਦਾ ਤਾਜ ਹੈ ਸੀਸ ਉੱਤੇ। ਤੇ ਐਸੇ ਜਰ ਨੂੰ ਜਰਨ ਵਾਲੇ ਗੁਰੂ ਰਾਮਦਾਸ ਮਹਾਰਾਜ ਹਨ। ਅਸਾਂ ਨੇ ਇਹੀ ਜਾਣਿਆ ਹੈ। ਆਤਕ ਸਵਨ ਤੇ ਇਨ ਵਡਿਆਈ। ਤੇ ਸਭ ਤੋਂ ਜ਼ਿਆਦਾ ਵਡਿਆਈ ਇਹਨਾਂ ਦੀ ਹੈ। ਪੁਰ ਹੈ ਕਾਮਨਾ ਲਗਾ ਹੈ ਜੋ ਪਾਏ। ਜਿਹੜਾ ਜਿਹੜਾ ਗੁਰੂ ਕਾ ਪਿਆਰਾ ਇਹਨਾਂ ਦੇ ਚਰਨਾਂ ਤੇ ਮੱਥਾ ਟੇਕੇਗਾ ਉਹਦੀ ਕਾਮਨਾ ਜ਼ਰੂਰ ਪੂਰੀ ਹੋਵੇਗੀ। ਅੱਜ ਵੀ ਪੂਰੀ ਹੋ ਰਹੀ ਹੈ ਖਾਲਸਾ ਜੀ। ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ, ਜਿੱਥੇ ਮਹਾਰਾਜ ਆਪ ਅੱਜ ਕੱਲ ਪ੍ਰਕਾਸ਼ਮਾਨ ਹਨ, ਅਜੇ ਵੀ ਹਨ, ਗਏ ਨਹੀਂ ਮਹਾਰਾਜ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਵਾਤ, ਆਪ ਸਿਰਜਣਹਾਰੈ ਧਾਰਿਆ। ਐਸੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਜਿਹੜਾ ਜਿਹੜਾ ਮੱਥਾ ਟੇਕੇਗਾ ਉਹਦੀ ਕਾਮਨਾ ਪੂਰੀ ਹੋਵੇਗੀ। ਮੈਂ ਗਰਬਤ ਨੇ ਏਕ ਨ ਮਾਨੇ। ਪਰ ਹੈ ਸਤਿਗੁਰ ਜੀ, ਮੈਂ ਅਹੰਕਾਰੀ ਸੀ ਤੇ ਆਪਣੇ ਅਹੰਕਾਰ ਕਰਕੇ ਮੈਂ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਵੀ ਗੱਲ ਨਹੀਂ ਮੰਨੀ। ਆਮ ਪਿਤ ਕੇ ਸੁਤ ਯੋਂ ਕਰ ਜਾਣੇ। ਮੈਂ ਤਾਂ ਇਹੀ ਜਾਣਿਆ ਕਿ ਮੈਂ ਪਿਤਾ ਗੁਰੂ ਅਮਰਦਾਸ ਮਹਾਰਾਜ ਦਾ ਵੱਡਾ ਪੁੱਤਰ ਹਾਂ, ਗੁਰੂ ਮੈਂ ਬਣਾਂਗਾ। ਮੇਰੇ ਮਨ ਵਿੱਚ ਇਹੀ ਗਰਵ ਸੀ, ਇਹੀ ਅਹੰਕਾਰ ਸੀ। ਗਇਓ ਸਮੀਪ ਨ ਲਾਗਿਓ ਪਾਏ। ਤੇ ਨਾ ਮੈਂ ਉਹਨਾਂ ਦੇ ਨੇੜੇ ਗਿਆ ਤੇ ਨਾ ਮੱਥਾ ਟੇਕਿਆ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਪਰਮੇਸ਼ਰ ਸਨ, ਸਰੀਰ ਨਹੀਂ ਹੋ, ਉਹ ਜੋਤ ਹੈ। ਉਹ ਜੋਤ ਉਹਨਾਂ ਦੇ ਅੰਦਰ ਆਈ ਤੇ ਨਾ ਮੈਂ ਉਹਨਾਂ ਦੇ ਨੇੜੇ ਗਿਆ, ਨਾ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਆਮ ਘਰ ਗੁਰਤਾ ਲਖ ਵਡਿਆਏ। ਮੈਂ ਤਾਂ ਇਹੀ ਜਾਣਦਾ ਰਿਹਾ ਸਾਡੇ ਘਰ ਵਿੱਚ ਗੁਰਿਆਈ ਹੈ ਤੇ ਗੁਰੂ ਮੈਂ ਹੀ ਬਣਾਂਗਾ, ਵਡਿਆਈ ਮੈਨੂੰ ਮਿਲੇਗੀ। ਮੇਰੇ ਮਨ ਵਿੱਚ ਇਹੀ ਗਰਵ ਸੀ, ਇਹੀ ਅਹੰਕਾਰ ਸੀ। ਸੋਢੀ ਰਹਿਤ ਅਲੰਬ ਹਮਾਰੇ। ਇਹ ਜਿਹੜੇ ਸੋਢੀ ਹਨ ਗੁਰੂ ਰਾਮਦਾਸ ਮਹਾਰਾਜ, ਇਹ ਸਾਡੇ ਘਰ ਦੇ ਨੌਕਰ ਬਣ ਕੇ ਰਹੇ, ਸਾਡੇ ਆਸਰੇ ਰਹੇ। ਅਸੀਂ ਵੱਡੇ ਹਾਂ, ਭੱਲੇ ਹਾਂ, ਤੇ ਸੋਢੀ ਸਾਡੇ ਅਧੀਨ ਹਨ, ਸਾਡੇ ਆਸਰੇ ਹਨ। ਮੈਂ ਇਹੀ ਜਾਣਦਾ ਰਿਹਾ। ਦਾਗ ਆਪਣੇ ਤੇ ਤਾਹੇ ਵਿਚਾਰੇ। ਤੇ ਅਸੀਂ ਤਾਂ ਆਪਣੇ ਮਨ ਵਿੱਚ ਇਹੀ ਵਿਚਾਰਿਆ ਹੈ ਕਿ ਸਾਡੇ ਤੋਂ ਛੋਟੇ ਹਨ ਇਹ ਸੋਢੀ। ਉਨ ਹੈ ਮੋਹਰੇ ਲਗ ਸੁਤ ਜੋ। ਤੇ ਫਿਰ ਬਾਬਾ ਮੋਹਰੀ ਜੀ ਜਦੋਂ ਦੇਖਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਮੋਹਨ ਤਾਂ ਉੱਠਿਆ ਨਹੀਂ। ਹੁਣ ਮੋਹਰੀ ਜੀ ਨੂੰ ਆਵਾਜ਼ ਮਾਰੀਏ ਤੇ ਗੁਰੂ ਅਮਰਦਾਸ ਨੇ ਆਖਿਆ, ਮੋਹਰੀ ਜੀ ਤੁਸੀਂ ਉੱਠੋ, ਮੱਥਾ ਟੇਕੋ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਵਿਤਨੇ ਕਰਿਓ ਹਕਾਰਨ ਸੋ। ਇੱਕ ਆਵਾਜ਼ ਮਾਰੀ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ, ਉੱਠੋ ਮੋਹਰੀ ਜੀ, ਮੱਥਾ ਟੇਕੋ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਇੱਕ ਆਵਾਜ਼ ਉੱਤੇ ਹੀ ਕਹਿਓ ਸੋ ਰਾਮਦਾਸ ਕੇ ਚਰਨੇ। ਇਹ ਕਹਿਆ, ਬੇਟਾ ਜੀ ਉਠੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਉੱਤੇ ਬੰਦਨ ਕਰੋ ਪਰਹੋ ਇਨ ਸਰਨੇ। ਇਹਨਾਂ ਨੂੰ ਬੰਦਨਾ ਕਰੋ। ਬੰਦਨਾ ਕਰਨ ਦਾ ਭਾਵ ਇਹਨਾਂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੋ। ਇਹ ਵੱਡੇ ਹਨ, ਇਹਨਾਂ ਤੋਂ ਕੁਰਬਾਨ ਜਾਓ। ਜੋ ਇਹ ਕਹਿ ਦੇਣ, ਸਤ ਵਚਨ ਕਰਕੇ ਮੰਨਾ। ਇਹ ਵੱਡੇ ਹਨ ਗੁਰੂ ਰਾਮਦਾਸ ਮਹਾਰਾਜ ਜੀ। ਸੁਨ ਕੈ ਪਿਤ ਆਏ ਸਨਹਿ ਫੇਰੇ। ਤੇ ਮੇਰੇ ਛੋਟੇ ਭਰਾ ਬਾਬਾ ਮੋਹਰੀ ਜੀ ਨੇ ਜਦੋਂ ਵਚਨ ਸੁਣੇ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕੀ ਆਖਿਆ?
ਸਤ ਬਚਨ ਪਿਤਾ ਜੀ ਉੱਠ ਕੇ ਇੱਕਦਮ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਉੱਤੇ। ਧਰਿਓ ਚਰਨ ਪਰ ਸਿਰ ਤਿਸ ਬੇਰੇ। ਤੇ ਉਸ ਵੇਲੇ ਬਾਬਾ ਮੋਹਨ ਜੀ ਨੇ ਆਪਣਾ ਇਹ ਮੱਥਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਉੱਤੇ ਧਰ ਦਿੱਤਾ ਹੈ। ਦੇਖਿਓ ਪੁੱਤਰ ਲਗ ਪਾਇਨ ਲਾਗਾ। ਜਦੋਂ ਇਹ ਵੇਖਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡਾ ਛੋਟਾ ਪੁੱਤਰ, ਇਹਨੇ ਸਾਡਾ ਹੁਕਮ ਮੰਨਿਆ ਹੈ, ਸਾਡੇ ਅੰਦਰ ਦੀ ਆਵਾਜ਼ ਨੂੰ ਜਾਣ ਲਿਆ ਹੈ, ਤੇ ਇਹ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਹੋਏ ਪ੍ਰਸੰਨ ਕਹੈ ਭਾਬੜ ਭਾਗਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਮੋਹਰੀ ਜੀ ਤੁਸੀਂ ਵੱਡੇ ਭਾਗਾਂ ਵਾਲੇ ਬਣ ਗਏ ਹੋ। ਇਹ ਪੰਕਤੀ ਆਉਂਦੀ ਹੈ ਖਾਲਸਾ ਜੀਓ ਸਦ ਬਾਣੀ ਵਿੱਚ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜਿਉ। ਮੋਹਰੀ ਸਭ ਦੇ ਮੋਹਰੀ ਬਣ ਗਏ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਗੁਰੂ ਨਾਨਕ ਮਹਾਰਾਜ ਜੀ ਦਾ, ਕਿ ਮੱਥਾ ਨਹੀਂ ਟੇਕਿਆ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਉੱਤੇ। ਗੁਰੂ ਅੰਗਦ ਦੇਵ ਮਹਾਰਾਜ ਦੇ ਦੋ ਸਾਹਿਬਜ਼ਾਦੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ, ਉਹਨਾਂ ਨੇ ਹੁਕਮ ਨਹੀਂ ਮੰਨਿਆ ਆਪਣੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਦਾ, ਮੱਥਾ ਨਹੀਂ ਟੇਕਿਆ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਉੱਤੇ। ਤੇ ਬਾਬਾ ਮੋਹਨ ਜੀ ਵੀ ਕਹਿ ਰਹੇ ਹਨ ਕਿ ਸਤਿਗੁਰੂ ਜੀ ਮੈਂ ਵੀ ਹੁਕਮ ਨਹੀਂ ਮੰਨਿਆ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਦਾ, ਪਰ ਮੇਰਾ ਛੋਟਾ ਭਰਾ ਉਹ ਵੱਡਾ ਹੋ ਗਿਆ, ਉਹ ਮੋਹਰੀ ਬਣ ਗਿਆ, ਉਹ ਸਨਮੁਖ ਬਣ ਗਿਆ, ਉਹ ਬ੍ਰਹਮ ਗਿਆਨੀ ਬਣ ਗਿਆ। ਆਖੋ ਸਤਨਾਮ। ਇਹ ਹੈ ਖਾਲਸਾ ਜੀ। ਬਸ ਇੱਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਬਸ ਬ੍ਰਹਮ ਗਿਆਨੀ ਕਹਿ ਰਹੇ ਸਨ ਤੇ ਇਹਨਾਂ ਨੇ ਮੰਨ ਲਿਆ ਸਤ ਬਚਨ ਪਿਤਾ ਜੀ, ਤੇ ਉੱਠ ਕੇ ਮੱਥਾ ਟੇਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਉੱਤੇ। ਮੱਥਾ ਜਦੋਂ ਟੇਕਿਆ ਗੁਰੂ ਅਮਰਦਾਸ ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਮੋਹਰੀ ਜੀ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ। ਰਿੱਧ ਸਿੱਧ ਨਾਵ ਨਿੱਧ ਆਨੰਦ। ਤੁਹਾਡੇ ਹਿਰਦੇ ਵਿੱਚ ਰਿੱਧੀਆਂ ਸਿੱਧੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਅੰਦਰ ਹਨ, 9 ਨਿਧੀਆਂ ਸਭ ਤੁਹਾਡੇ ਅੰਦਰ ਹਨ, ਤੁਹਾਡੇ ਹਿਰਦੇ 'ਚ ਆਨੰਦ ਹੀ ਆਨੰਦ ਰਹੇਗਾ। ਪੁੱਤਰ ਮੋਹਰੇ ਪਾਏ ਬਲੰਦ। ਇਹ ਪੁੱਤਰ ਮੋਹਰੀ ਜੀ ਤੁਸੀਂ ਵੱਡਾ ਆਨੰਦ ਪ੍ਰਾਪਤ ਕਰੋਗੇ, ਤੁਹਾਡੇ ਕੋਲ ਇਤਨੀਆਂ ਸ਼ਕਤੀਆਂ ਆਣਗੀਆਂ ਕਿ ਸਭ ਤੋਂ ਵੱਡੇ ਤੁਸੀਂ ਬਣ ਜਾਓਗੇ। ਰਾਖ ਲੈ ਭੱਲਿਆਂ ਕੁਲ ਕੇਰੇ। ਤੁਸੀਂ ਭੱਲਿਆਂ ਦੀ ਕੁਲ ਦੀ ਲਾਜ ਰੱਖ ਲਈ ਹੈ, ਸਾਡਾ ਹੁਕਮ ਮੰਨ ਕੇ ਸਾਡੀ ਲਾਜ ਰੱਖ ਲਈ ਹੈ। ਸੰਤਤ ਤੇਰੇ ਫਲ ਹੈ ਕਨੇਰੇ। ਤੇ ਮੋਹਰੀ ਜੀ ਤੁਹਾਡੀ ਔਲਾਦ ਬਹੁਤ ਵਧੇਗੀ ਫੁੱਲੇਗੀ, ਤੁਹਾਡੀ ਔਲਾਦ ਵਿੱਚ ਐਸਾ ਆਨੰਦ ਰਹੇਗਾ ਜਿਹੜਾ ਕਦੀ ਵੀ ਖਤਮ ਨਹੀਂ ਹੋਵੇਗਾ। ਸਭ ਸੁਖ ਪਾਵ ਹੈ ਜਾਵਦ ਜੀਵ ਹੈ। ਜਿਤਨੇ ਸਮੇਂ ਤੱਕ ਆਪ ਜੀ ਜੀਂਦੇ ਰਹੋਗੇ ਸਰੀਰ ਕਰਕੇ, ਤੁਸੀਂ ਮਰਨਾ ਨਹੀਂ, ਸਰੀਰ ਕਰਕੇ ਸਭ ਨੇ ਖਤਮ ਹੋਣਾ ਹੈ। ਤੁਹਾਡਾ ਸਰੀਰ ਜਿਤਨੇ ਸਮੇਂ ਤੱਕ ਦੁਨੀਆ ਵਿੱਚ ਰਹੇਗਾ ਤੁਹਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਅੰਤ ਹਮਾਰੇ ਨਿਕਟੇ ਥੇਵ ਹੈ। ਜੋ ਸਰੀਰ ਤਿਆਗ ਕੇ ਸਾਡੇ ਕੋਲ ਆਓਗੇ ਸਾਡੇ ਅੰਦਰ ਸਮਾ ਜਾਓਗੇ, ਸਾਡੇ ਨੇੜੇ ਹੀ ਰਹੋਗੇ। ਨੇੜੇ ਭਾਵ ਸ਼ਬਦ ਵਿੱਚ ਅਭੇਜ ਹੋ ਜਾਓਗੇ, ਜੋਤ ਵਿੱਚ ਲੀਨ ਹੋ ਜਾਓਗੇ। ਏਮ ਬਰ ਦੇ ਕਰ ਕਰਿਓ ਨਿਹਾਲ। ਇਸ ਤਰ੍ਹਾਂ ਬਚਨ ਕਹਿ ਕੇ ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਨਿਹਾਲ ਕਰ ਦਿੱਤਾ ਹੈ। ਪਾਏ ਸਕਲ ਸੁਖ ਪਿਤ ਬਚਨਾਲ। ਆਪਣੇ ਪਿਤਾ ਜੀ ਦੇ ਹੁਕਮ ਮੰਨ ਕੇ ਇਹਨਾਂ ਨੇ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ। ਰਾਮਦਾਸ ਕੋ ਦੇ ਕਰ ਟਿਕਾ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਦਾ ਇਹ ਟਿੱਕਾ ਦੇ ਕੇ ਕਰਿਓ ਪਿਆਨ ਆਪਨੋ ਨੇਕਾ। ਧੰਨ
ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਸ਼ੋਭਿਤ ਕਰਕੇ ਗੁਰੂ ਅਮਰਦਾਸ ਮਹਾਰਾਜ ਆਪ ਸੂਰਜ ਕਿਰਨ ਮਿਲੇ। ਜਲ ਕਾ ਜਲ ਹੁਆ ਰਾਮ, ज्योति ज्योत रली, संपूर्ण थिया राम। आप महाराज शरीर त्याग के जोत विच लीन हो गए ਹਨ। ਸ੍ਰੀ ਗੁਰੂ ਰਾਮਦਾਸ ਤਿਨ ਪਾਛੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬੈਠ ਸੁਹਾਵਤ ਗਾਦੇ ਆਛੇ। ਗੁਰਤਾ ਗੱਦੀ ਤੇ ਸੁਸ਼ੋਭਿਤ ਹੋ ਕੇ ਗੁਰੂ ਰਾਮਦਾਸ ਮਹਾਰਾਜ ਬਹੁਤ ਸੋਭਨਿਕ ਹੋ ਰਹੇ ਹਨ। ਸਰਬ ਰੀਤ ਗੁਰਤਾ ਬਿਦਤਾਏ, ਤੇ ਇਹਨਾਂ ਨੇ ਸਭ ਤਰੀਕੇ ਨਾਲ ਜੋ ਗੁਰਿਆਈ ਦੇ ਲੱਛਣ ਸਨ ਇਹਨਾਂ ਦੇ ਅੰਦਰ ਹੀ ਸਨ। ਬਸ ਇੱਕ ਚਵਾਤੀ ਲਾਣ ਦੀ ਦੇਰ ਸੀ ਖਾਲਸਾ ਜੀ। ਦੀਵਾ ਤੇ ਪਹਿਲਾਂ ਹੀ ਤਿਆਰ ਸੀ ਅੰਦਰ, ਬਸ ਜੋਤ ਪਾਣੀ ਸੀ ਮਹਾਰਾਜ ਨੇ, ਉਹ ਜੋਤ ਪ੍ਰਫੁੱਲਿਤ ਹੋ ਗਈ ਖਾਲਸਾ ਜੀ। ਤੇ ਉਹ ਸਾਰੇ ਲੱਛਣ ਗੁਰਿਆਈ ਦੇ ਅੰਦਰ ਹੀ ਸਨ ਤੇ ਉਹਨਾਂ ਲਕਸ਼ਣਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਫੈਲਾਇਆ ਹੈ। ਰੀਜ ਖੀਜ ਹੋਏ ਨਾ ਨਿਫਲਾਏ, ਜਿਸ ਤੇ ਮਹਾਰਾਜ ਦੀ ਪ੍ਰਸੰਨਤਾ ਹੋ ਜਾਵੇ ਉਹ ਤਾਂ ਉਸੇ ਵੇਲੇ ਨਿਹਾਲ ਹੋ ਜਾਂਦਾ ਸੀ। ਤੇ ਜਿਸ ਤੇ ਮਹਾਰਾਜ ਦੀ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ, ਦਰ ਮੰਗਣ ਭਿਖ ਨਾ ਪਾਏਦਾ। ਜੇ ਨਜ਼ਰ ਟੇਢੀ ਹੋ ਜਾਵੇ ਨਾ ਉਸੇ ਵੇਲੇ ਗਰਕ ਹੋ ਜਾਂਦਾ ਸੀ। ਬਚਨ ਨਹੀਂ ਕਹਿਣਾ, ਬਸ ਜੋ ਬਚਨ ਹੋ ਗਿਆ ਅਟਲ ਬਚਨ। ਅਟਲ ਬਚਨ ਗੁਰੂ ਰਾਮਦਾਸ ਮਹਾਰਾਜ ਦਾ ਜੇ ਖੁਸ਼ੀ ਵਾਲਾ ਹੋ ਜਾਵੇ, ਜਾ ਸਿੱਖਾ ਤੇਰੀ ਚੜ੍ਹਦੀ ਕਲਾ ਹੈ। ਇਹੀ ਆਖਿਆ ਸੀ ਮਾਈ ਭਿੱਖਾ ਨੂੰ ਕਿ ਜਾ ਮਾਈ ਭਿੱਖਾ, ਜੋ ਵਰ ਮੰਗਿਆ ਤੈਨੂੰ ਉਹ ਵਰ ਦੇ ਰਹੇ ਜਾ। ਉਹਨੇ ਮੰਗਿਆ ਹੀ ਸੀ ਨਾ ਕਿ ਸੋਨੇ ਦੀ ਮਧਾਣੀ ਹੋਵੇ, ਪੋਤ ਨੂੰ ਦੁੱਧ ਰਿੜਕਦੀ ਵੇਖਾਂ। ਜਾ ਮਾਈ ਭਿੱਖਾ, ਤੇਰੇ ਘਰ ਭਾਈ ਭਗਤੂ ਜੀ ਹੋਣਗੇ। ਇਹ ਬਖਸ਼ਣ ਕੀਤਾ। ਬਾਬਾ ਹੰਦਾਲ ਜੀ ਹੋਏ, ਉਹਨਾਂ ਨੂੰ ਬਖਸ਼ਿਸ਼ ਕੀਤੀ, ਨਿਹਾਲ ਕਰਤਾ ਉਹਨਾਂ ਨੂੰ। ਦੇਖੋ ਜਿਨ੍ਹਾਂ ਤੇ ਭਾਈ ਨਜ਼ਰ ਉਪੱਠੀ ਹੋ ਗਈ ਨਾ, ਮਹਾਰਾਜ ਦਾ ਬਚਨ ਨਿਕਲ ਗਿਆ, ਉਹ ਤਬਾਹੀ ਹੋ ਗਏ। ਚੌਹਾਂ ਦਿਸ ਤੇ ਆਵਨ ਲਗ ਪੂਜਾ, ਤੇ ਚਾਰੋਂ ਪਾਸਿਆਂ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਆ ਕੇ ਗੁਰੂ ਕੇ ਪਿਆਰੇ ਮੱਥਾ ਟੇਕਦੇ ਹਨ, ਆਪਣੀ ਭੇਟਾਵਾਂ ਅਰਪਣ ਕਰਦੇ ਹਨ। ਸਭ ਆ ਕੇ ਨਮਸਕਾਰ ਕਰਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਬੜਿਓ ਪ੍ਰਤਾਪ ਨਾ ਸਮਸਰ ਦੂਜਾ, ਇਹਨਾਂ ਦਾ ਪ੍ਰਤਾਪ ਇਤਨਾ ਵੱਧ ਗਿਆ ਕਿ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੋਇਆ। ਅੱਜ ਵੀ ਦੇਖੋ ਖਾਲਸਾ ਜੀਓ, ਸ੍ਰੀ ਹਰਿਮੰਦਰ ਸਾਹਿਬ ਆਲ ਵਰਲਡ ਤੋਂ ਸੰਗਤਾਂ ਆਉਂਦੀਆਂ। ਵਰਲਡ ਛੱਡੋ ਖਾਲਸਾ ਜੀਓ, ਦੇਵੀ ਦੇਵਤੇ ਵੀ ਇੱਥੇ ਆ ਕੇ ਸਵੇਰੇ ਸਵੇਰੇ ਇਸ਼ਨਾਨ ਕਰਦੇ। ਵਰਲਡ ਤਾਂ ਛੋਟਾ ਹੋਵੇਗਾ, ਬੰਦੇ ਛੋਟੇ ਹੋਣਗੇ, ਰੂਹਾਨੀ ਸ਼ਕਤੀਆਂ ਇੱਥੇ ਆ ਕੇ ਇਸ਼ਨਾਨ ਕਰਦੀਆਂ। ਸੰਤ ਮਹਾਤਮਾ ਇੱਥੇ ਆ ਕੇ ਮੱਥਾ ਟੇਕਦੇ ਰੋਜ਼ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਉੱਤੇ। ਚਾਰੋਂ ਪਾਸੇ ਤੋਂ ਸੰਗਤਾਂ ਨੀਵੇਂ ਹੋ ਕੇ ਆਉਂਦੀਆਂ ਖਾਲਸਾ ਜੀਓ। ਜਿਹੜਾ ਜਿਹੜਾ ਆ ਕੇ ਮੱਥਾ ਟੇਕਦਾ ਹੈ, ਇਸ਼ਨਾਨ ਕਰਦਾ ਹੈ, ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨਾ। ਐਸੀ ਬਖਸ਼ਿਸ਼ ਮਿਲਦੀ ਹੈ ਸ੍ਰੀ ਹਰਿਮੰਦਰ ਸਾਹਿਬ ਆ ਕੇ। ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਤੀ ਸਗਨ ਅਪਾਰ ਅਨੂਪ ਰਾਮਦਾਸ ਔਰ ਹਰਿਹਾ, ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਇਹ ਉਹੀ ਸਰੀਰ ਹੈ ਗੁਰੂ ਰਾਮਦਾਸ ਮਹਾਰਾਜ ਦਾ, ਅੰਮ੍ਰਿਤ ਸਰੋਵਰ ਹੈ ਖਾਲਸਾ ਜੀਓ। ਅੱਜ ਵੀ ਮਹਾਰਾਜ ਉੱਥੇ ਸਾਹਮਣੇ ਹਾਜ਼ਰ ਨਾਜ਼ਰ ਹਨ। ਪਰ ਜਿਹੜਾ ਕੋਈ ਸ਼ਰਧਾ ਨਾਲ ਮੱਥਾ ਟੇਕੇ, ਸਾਰੀ ਦੁਨੀਆ ਆ ਕੇ ਮੱਥਾ ਟੇਕਦੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਇਹਨਾਂ ਵਰਗਾ ਨਾ ਕੋਈ ਹੋਇਆ ਹੈ,
ਤੇ ਨਾ ਕੋਈ ਹੋਵੇਗਾ। ਕਰੇ ਹਜ਼ਾਰੋਂ ਦਾਸ ਨਿਹਾਲੋ। ਅਨੇਕ ਰੱਬ ਦੇ ਪਿਆਰੇ ਦਾ ਇਹਨਾਂ ਨੇ ਬੇੜਾ ਪਾਰ ਕੀਤਾ, ਨਿਹਾਲ ਨਿਹਾਲ ਕਰਤਾ। ਜਿਹੜਾ ਵੀ ਆਇਆ ਬਸ ਇੱਕ ਨਿਗਾਹ ਕਰਕੇ ਵੇਖਿਆ, ਉਹਦੇ ਸਾਰੇ ਦੁੱਖ ਦੂਰ ਹੋ ਗਏ। ਦੁਸ਼ਟ ਨ ਦੀਨ ਸਕਾਸ਼ਟ ਕਰਾਲੋ। ਤੇ ਐਸੇ ਗੁਰੂ ਰਾਮਦਾਸ ਮਹਾਰਾਜ ਜੀ ਜਿਹੜੇ ਜਿਨ੍ਹਾਂ ਨੂੰ ਸਭ ਮੱਥਾ ਟੇਕਣ ਵਾਲੇ ਹਨ, ਪਰ ਉਹਨਾਂ ਨੂੰ ਕੋਈ ਕਸ਼ਟ ਦੇਣ ਵਾਲਾ ਨਹੀਂ। ਪਰ ਮੇਰੇ ਮਨ ਵਿੱਚ ਜਿਹੜੀ ਈਰਖਾ ਦੀ ਅੱਗ ਸੀ ਉਹਨਾਂ ਪ੍ਰਤੀ, ਦੇਖ ਤਿਨਹੁ ਚਿਤ ਵਿਆਪੇ ਚਿੰਤਾ। ਉਹਨਾਂ ਦਾ ਐਸਾ ਪ੍ਰਤਾਪ ਵੇਖ ਕੇ, ਐਸੀ ਸੋਭਾ ਵੇਖ ਕੇ ਕਿ ਮੇਰੇ ਮਨ ਵਿੱਚ ਚਿੰਤਾ ਦੀ ਅੱਗ ਐਸੀ ਬਲਣ ਲੱਗੀ। ਆਮ ਛੂਛੇ ਇਹ ਭੇ ਭਗਵੰਤਾ। ਤੇ ਮੈਂ ਸੋਚਣ ਲੱਗਾ ਗੁਰੂ ਅਮਰ ਅਰਜਨ ਦੇਵ ਮਹਾਰਾਜ ਜੀ ਕਿ ਦੇਖੋ ਤੁਹਾਡੇ ਪਿਤਾ ਜੀ ਕਿਤਨੇ ਵੱਡੇ ਹੋ ਗਏ, ਅਸੀਂ ਖਾਲੀ ਰਹਿ ਗਏ। ਅਸੀਂ ਗੁਰੂ ਅਮਰਦਾਸ ਦੇ ਪੁੱਤਰ ਹਾਂ, ਸਾਨੂੰ ਕੁਝ ਵੀ ਨਹੀਂ ਮਿਲਿਆ। ਮੇਰੇ ਮਨ ਵਿੱਚ ਇਹੀ ਚਿੰਤਾ ਦੀ ਅੱਗ ਬਹੁਤ ਪ੍ਰਜਵਲਿਤ ਹੋ ਗਈ। ਓਏ ਓ ਦੀਨ ਮੈਂ ਗਮਨੇ ਤਹਵਾ। ਤੇ ਫਿਰ ਮੈਂ ਦੀਨ ਹੋਇਆ ਥੋੜਾ ਜਿਹਾ। ਮੈਂ ਸੋਚਿਆ ਕਿ ਇਹ ਮੇਰੇ ਕਰਮਾਂ ਦੀ ਖੇਡ ਹੈ, ਮੇਰੇ ਪਾਪ ਇਤਨੇ ਹਨ। ਜਦੋਂ ਮੈਂ ਬੜਾ ਕੁਝ ਸੋਚਿਆ ਕਿ ਮੇਰੇ ਅੰਦਰ ਅੱਗ ਕਿਉਂ ਬਲਦੀ ਪਈ ਹੈ, ਕਿਉਂ ਹੈ ਈਰਖਾ ਦੀ ਅੱਗ, ਕਿਉਂ ਹੈ ਨਫ਼ਰਤ ਦੀ ਅੱਗ। ਕਦੀ ਸੋਚੀਏ ਸਾਰੇ ਆਪਣੇ ਵਿੱਚ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭਨਾ ਦੇ ਵਿੱਚ ਈਰਖਾ ਦੀ ਅੱਗ ਥੋੜੀ ਬਹੁਤੀ ਜ਼ਰੂਰ ਹੋਵੇਗੀ। ਕੋਈ ਵਿਰਲਾ ਹੋਵੇਗਾ। ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਜੀਤ, ਜਿਹਦੇ ਅੰਦਰ ਕੋਈ ਅੱਗ ਨਹੀਂ ਹੈ, ਬਸ ਸ਼ਾਂਤ ਹੈ। ਈਰਖਾ ਦੀ ਕਿਉਂ ਆਉਂਦੀ ਹੈ ਕਿ ਮੈਂ ਵੱਡਾ ਕਿਉਂ ਨਹੀਂ ਹੋਇਆ, ਮੈਨੂੰ ਵਡਿਆਈ ਕਿਉਂ ਨਹੀਂ ਮਿਲੀ। ਇਹ ਦਾਤ ਜੋਤ ਖਸਮੈ ਵਡਿਆਈ, ਰੱਬ ਤੋਂ ਜੋ ਲਿਖਵਾ ਕੇ ਆਏ ਵਡਿਆਈ ਦੀ ਦਾਤ, ਉਹਨਾਂ ਨੇ ਝੋਲੀ 'ਚ ਪੈਂਦੀ ਖਾਲਸਾ ਜੀਓ। ਤੇ ਮਨਾ ਹੰਕਾਰ ਛੱਡ, ਤੇਰੀ ਝੋਲੀ 'ਚ ਆਪੇ ਦਾਤ ਅੱਜ ਵੀ ਪੈ ਸਕਦੀ ਏ। ਹੰਕਾਰ ਛੱਡ ਆਪਣੇ ਮਨ ਦਾ। ਤੇ ਇਹ ਹੰਕਾਰ ਤਿਆਗ ਕੇ ਜਦੋਂ ਮੈਂ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਉੱਤੇ ਚਿਤ ਬੈਠਕ ਜਬ ਬਾਰੋ ਜਹ ਬਾ। ਜਿੱਥੇ ਸਾਡੇ ਪਿਤਾ ਜੀ ਬੈਠਦੇ ਸਨ, ਉਹਨਾਂ ਦੀ ਬੈਠਕ ਸੀ। ਚੌਂਕੜਾ ਮਾਰ ਕੇ ਸਮਾਧੀ ਲਗਾ ਕੇ ਬੈਠਦੇ ਸਨ ਚੁਵਾਰਾ ਸਾਹਿਬ। ਤੇ ਮੈਂ ਉੱਥੇ ਪਹੁੰਚਿਆ। ਆਖੇ ਹਾਥ ਜੋਰ ਤਬ ਅਰਜੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਜੀ ਉੱਥੇ ਤਾਂ ਗੁਰੂ ਅਮਰਦਾਸ ਮਹਾਰਾਜ ਹੈ ਹੀ ਨਹੀਂ ਸੀ, ਫਿਰ ਅਰਦਾਸ ਕਿਹਨੂੰ ਕੀਤੀ? ਅਰਜ਼ੀ। ਖਾਲਸਾ ਜੀ ਗੁਰੂ ਮਹਾਰਾਜ ਕਿੱਧਰ ਜਾਂਦੇ ਨਹੀਂ, ਜਿੱਥੇ ਜਾਏ ਵਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਕੋਈ ਸੰਤ ਮਹਾਤਮਾ ਬੈਠਾ ਹੋਵੇ ਨਾ, ਗੁਰੂ ਮਹਾਂਪੁਰਸ਼ ਬੈਠਾ ਹੋਵੇ, ਬਸ ਉਹਦੀਆਂ ਕਿਰਨਾਂ ਹੀ ਐਸੀਆਂ ਹਨ, ਉਹ ਕਦੀ ਖਤਮ ਹੁੰਦੀਆਂ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਆਏ, ਇੱਥੋਂ ਗਏ ਨਹੀਂ ਮਹਾਰਾਜ। ਚੌਂਕੜਾ ਮਾਰ ਕੇ ਇੱਥੇ ਬੈਠ ਗਏ। ਮੋਤੀ ਬਾਗ ਸਾਹਿਬ ਉੱਥੋਂ ਗਏ ਨਹੀਂ, ਉੱਥੇ ਬੈਠ ਗਏ। ਬਹਾਦਰਗੜ੍ਹ ਮਹਾਰਾਜ ਉੱਥੇ ਬੈਠੇ। ਮਹਾਰਾਜ ਅੱਜ ਵੀ ਪ੍ਰਤਾਪ ਹੈ ਨਾ, ਦੇਖੋ। ਇਹਨੂੰ ਕਹਿੰਦੇ ਬਖਸ਼ਿਸ਼। ਗੁਰੂ ਇਹ ਹੁੰਦਾ ਹੈ, ਗੁਰੂ ਸਰੀਰ ਨਹੀਂ, ਗੁਰੂ ਕੀ ਜੋਤ ਹੈ, ਗੁਰੂ ਸ਼ਬਦ ਹੈ। ਗੁਰੂ ਨਾਨਕ ਮਹਾਰਾਜ ਗਏ ਨਹੀਂ, ਉਹਨਾਂ ਦੀ ਗੁਰਬਾਣੀ ਸ਼ਬਦ ਰੂਪ ਸਾਡੇ ਸਭਨਾਂ ਦੇ ਅੰਦਰ ਹੈ ਖਾਲਸਾ ਜੀ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਸਰੀਰ ਤਾਂ ਕੋਈ ਨਹੀਂ, ਪਰ ਜਿੱਥੇ ਮਹਾਰਾਜ ਦੀ ਬੈਠਕ ਹੈ, ਚੌਂਕੜੀ ਮਾਰ ਕੇ ਬੈਠਦੇ ਹਨ ਚੁਬਾਰਾ ਸਾਹਿਬ, ਤੇ ਉੱਥੇ ਜਦੋਂ ਮੈਂ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ, ਓ ਪਿਤ ਮੈਂ ਨਾ ਚੱਲਿਓ ਤੁਮ ਮਰ ਜੇ। ਬਾਬਾ ਮੋਹਨ ਜੀ ਅਰਦਾਸ ਕਰਦੇ ਪਏ, ਆਪਣੀ ਵਿਖਿਆ ਆਪ ਸੁਣਾ ਰਹੇ ਹਨ। ਇਹ ਸੁਣੋ ਗੁਰੂ ਅਰਜਨ ਦੇਵ ਮਹਾਰਾਜ ਜੀ, ਜਦੋਂ ਮੈਂ ਹੱਥ ਜੋੜ ਕੇ ਅਰਦਾਸ ਕੀਤੀ, ਹੈ ਪਿਤਾ ਜੀ ਤੁਹਾਡੇ ਹੁਕਮ ਅਨੁਸਾਰ ਮੈਂ ਨਹੀਂ ਤੁਰਿਆ। ਤਪਤ ਰਹਾਉ ਮੈਂ ਦਿਨ ਅਰ ਰਾਤੇ। ਤੇ ਤੁਹਾਡੇ ਹੁਕਮ ਦੀ ਉਲੰਘਣਾ ਕਰਕੇ ਮੈਂ ਤਪ ਰਿਹਾ ਹਾਂ ਦਿਨ ਅਤੇ ਰਾਤ। ਲਗਾਤਾਰ ਮੇਰੇ ਹਿਰਦੇ 'ਚ ਅੱਗ ਬਲਦੀ ਪਈ ਹੈ, ਅੰਦਰ ਈਰਖਾ ਦੀ ਅੱਗ ਹੈ, ਚਿੰਤਾ ਦੀ ਅੱਗ ਹੈ, ਨਫ਼ਰਤ ਦੀ ਅੱਗ ਹੈ।
ਇਸ ਅੱਗ ਵਿੱਚ ਮੈਂ ਸੜ ਰਿਹਾ ਹਾਂ। ਜਿਮ ਮਲੇਹੇ ਨਿਤ ਸੁਲਗਤ ਛਾਤੇ। ਜਿਵੇਂ ਉਹ ਸੁੱਕੇ ਗੋਹੇ ਜੇ ਐਵੇਂ ਸੁੱਕਦੇ ਰਹਿੰਦੇ, ਥੋੜਾ ਥੋੜਾ ਧੁੱਖਦੇ ਰਹਿੰਦੇ ਖਾਲਸਾ ਜੀਓ, ਥੋੜਾ ਤਾਂ ਧੂਆਂ ਬਾਹਰ ਆਈ ਜਾਂਦਾ ਨਾ ਤੋਂ। ਇਸੇ ਤਰ੍ਹਾਂ ਮੇਰੇ ਮਨ ਵਿੱਚੋਂ ਇਹ ਈਰਖਾ ਦਾ ਧੂਆਂ, ਨਫ਼ਰਤ ਦਾ ਧੂਆਂ, ਇਹ ਅੱਗ ਰੂਪ ਵਿੱਚ ਬਾਹਰ ਆ ਰਿਹਾ ਹੈ। ਹਰ ਵੇਲੇ ਮੈਂ ਅੰਦਰੋਂ ਸੜੀ ਜਾ ਰਿਹਾ, ਇਹ ਮੇਰੇ ਮਨ ਦਾ ਧੂਆਂ ਬਾਹਰ ਆ ਰਿਹਾ ਸੀ। ਲਖੇ ਨਾ ਸਰਬ ਕਲਾ ਸਮਰੱਥ। ਪਿਤਾ ਜੀ ਮੈਂ ਨਹੀਂ ਜਾਣਿਆ ਆਪ ਜੀ ਨੂੰ ਕਿ ਤੁਸੀਂ ਸਰਬ ਕਲਾ ਸਮਰੱਥ ਹੋ, ਤੁਸੀਂ ਸਭ ਤੋਂ ਪੂਰੇ ਹੋ, ਅਧੂਰੇ ਨਹੀਂ। ਮੈਂ ਕਦੀ ਨਹੀਂ ਜਾਣਿਆ ਕਿ ਤੁਹਾਡੀ ਮਹਿਮਾ ਕੋਈ ਨਹੀਂ ਕਹਿ ਸਕਦਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਮੈਂ ਕਦੀ ਨਹੀਂ ਜਾਣਿਆ ਤੁਹਾਡੀ ਇਹ ਵਡਿਆਈ। ਤੁਸੀਂ ਕਿਸੇ ਨੂੰ ਦੁਖੀ ਦੇਖ ਕੇ ਰਾਜੀ ਨਹੀਂ ਹੁੰਦੇ ਸੀ। ਤੁਹਾਡੀ ਇਹੀ ਅਰਦਾਸ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ, ਤਿਤੈ ਲਹੋ ਉਬਾਰ। ਤੁਹਾਡੀ ਅਰਦਾਸ ਮੈਂ ਨਹੀਂ ਜਾਣੀ ਮਹਾਰਾਜ। ਤੁਸੀਂ ਇਤਨੇ ਵੱਡੇ ਹੋ, ਸਾਰੀ ਦੁਨੀਆ ਦੇ ਮਾਲਕ ਹੋ, ਤੇ ਅਸੀਂ ਤੁਹਾਨੂੰ ਆਪਣਾ ਪਿਤਾ ਕਰਕੇ ਜਾਣਦੇ ਰਹੇ। ਕਰੋ ਨਿਹਾਲ ਧਰੋ ਸਿਰ ਹੱਥ। ਤੇ ਹੁਣ ਮਹਾਰਾਜ ਨਿਹਾਲ ਕਰ ਦੋ, ਮੇਰੇ ਸੀਸ ਤੇ ਆਪਣਾ ਹੱਥ ਧਰ ਦੋ ਮਹਾਰਾਜ। ਅੱਜ ਵੀ ਕਹਿ ਦਈਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਔਗੁਣਾ ਦੇ ਭਰੇ ਹੋਏ ਆ ਮਹਾਰਾਜ, ਸਾਨੂੰ ਨਿਹਾਲ ਕਰ ਦੋ, ਨਿਹਾਲ ਕਰ ਦੋ, ਸਾਡੇ ਔਗੁਣ ਦੂਰ ਕਰ ਦੋ ਮਹਾਰਾਜ। ਵਾਹਿਗੁਰੂ 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 ਵਾਹਿਗੁਰੂ। ਜਿਹੜਾ ਪਾਪੀ ਹੈ ਬੋਲੇਗਾ, ਪੁੰਨੀ ਨਹੀਂ ਬੋਲੇਗਾ। ਵਾਹਿਗੁਰੂ 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 ਵਾਹਿਗੁਰੂ। ਇਹ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰੋ। सारे सी पापी हैं महाराज, हम अवगुण भरे एक गुण नाही, अमृत छाड़ बिखै बिखाई। जहर खाण वाले हैं, अमृत तो छड़ के महाराज जहर खाने हैं, बुरा वेखते हैं, बुरा सुनते हैं, बुरा चखते हैं। हे महाराज तुसी बख्शिश करो, बख्शिंद हो महाराज, माफ कर दो। बाबा मोहन जी यही बेनती करते हैं। उत्थे शरीर नहीं गुरु अमरदास महाराज दा, रूहानी जोत अज भी उत्थे विराजमान है। चुबारा साहब, गोइंदवाल साहब अज भी हर महाराज, हर पासे महाराज है, परमात्मा हर पासे है। जिथे खड़े होकर अरदास कर लो महाराज दे प्यारिओ। जिथे खास अस्थान महाराज जी दे, उत्थे महाराज दी बैठक है, सतगुरु जी हाजर नाजर हैं। ते उत्थे जदों अरदास कीती बाबा मोहन जी ने, महाराज बख्शिंद हो, कृपालू हो, दयालु हो, मेहरबान हो, महाराज कृपा करो, मेरे अवगुण माफ कर दो। राय मेर मेर को राय। तुसी तां महाराज राई दा, राई कहंदे छोटा जा, ਤੁਸੀਂ ਛੋਟੇ ਨੂੰ ਮਹਾਰਾਜ ਵੱਡਾ ਸੁਮੇਰ ਪਰਬਤ ਵਾਂਗ ਵੱਡਾ ਬਣਾ ਸਕਦੇ ਹੋ, ਤੇ ਵੱਡੇ ਨੂੰ ਮਹਾਰਾਜ ਛੋਟਾ ਬਣਾ ਸਕਦੇ ਹੋ। ਤੁਹਾਡੇ 'ਚ ਇਹ ਸਮਰੱਥਾ ਹੈ। ਤੁਸੀਂ ਐਸੇ ਹੋ, ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ,
ਤੁਹਾਡੀ ਐਸੀ ਅਵਸਥਾ ਹੈ ਮਹਾਰਾਜ, ਸਭ ਕੁਝ ਕਰ ਸਕਦੇ ਹੋ। ਸਰੀਰ ਕਰਕੇ ਨਹੀਂ ਭਾਵੇਂ ਮਹਾਰਾਜ, ਪਰ ਬਾਣੀ ਕਰਕੇ ਤਾਂ ਹੋ, ਜੋਤ ਕਰਕੇ ਤਾਂ ਹੋ। ਇਸ ਕਰਕੇ ਮਹਾਰਾਜ ਤੁਸੀਂ ਵੱਡੇ ਤੋਂ ਵੱਡੇ ਹੋ। ਤਤ ਛਿਨ ਤੁਮ ਕਰਦੇ ਹੋ ਗੁਸਾਈ। ਤਤ ਛਿਨ ਉਸੇ ਵੇਲੇ ਗੁਸਾਈ ਸਤਿਗੁਰ ਜੀ ਆਪ ਜੀ ਸਭ ਕੁਝ ਕਰ ਸਕਦੇ ਹੋ। ਖਲ ਮੂਰਖ ਤੇ ਜੋ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਤੁਹਾਡੇ ਚ ਮਹਾਰਾਜ ਐਸੀ ਕਲਾ ਹੈ, ਤੁਸੀਂ ਕਹਿ ਦੋ ਭਾਈ ਇਹ ਬੰਦਾ ਇਸਤਰੀ ਬਣ ਜਾਏਗਾ, ਇੱਥੇ ਸਭ ਖਤਮ ਹੋ ਜਾਣੀ ਕਲਾ, ਸਾਇੰਸ ਖਤਮ ਹੈ ਇੱਥੇ। ਇਹ ਰੱਬ ਹੈ ਖਾਲਸਾ ਜੀ। ਬਾਬਾ ਸ਼ਾਮ ਸਿੰਘ ਜੀ ਹੋਏ ਦਰਬਾਰ ਸਾਹਿਬ ਦੇ ਕੀਰਤਨੀਏ, ਸਵੇਰੇ ਸਵੇਰੇ ਰੋਜ਼ ਝਾੜੂ ਦੀ ਸੇਵਾ ਕਰਦੇ ਪਰਕਰਮਾ ਵਿੱਚ। ਅੱਜ ਕੱਲ ਤਾਂ ਬੜਾ ਸੋਹਣਾ ਫਰਸ਼ ਬਣ ਗਿਆ। ਕਬੂਤਰ ਬਿੱਠਾ ਕਰਦੇ, ਹੋਰ ਕਈ ਪੰਛੀ ਹੋਰ ਆ ਜਾਂਦੇ ਖਾਲਸਾ ਜੀ। ਇੱਕ ਦਿਨ ਸੇਵਾ ਕਰਦੇ ਸਨ। ਇੱਕ ਲੜਕਾ ਉਮਰ ਲਗਭਗ 4-5 ਸਾਲ ਦੀ ਹੈ, ਉਹਨੇ ਕੱਪੜੇ ਪਾਏ ਲੜਕੀਆਂ ਵਾਲੇ। ਜਿੱਥੇ ਮਹਾਂਪੁਰ ਝਾੜੂ ਮਾਰਦੇ ਪਏ ਤੇ ਉੱਥੇ ਉਹਨੇ ਪੈਰ ਰੱਖਤਾ। ਬਾਬਾ ਜੀ ਨੇ ਆਖਿਆ ਬੇਟੀ ਪੈਰ ਪਰੇ ਕਰ ਲੋ, ਸੇਵਾ ਕਰਨ ਦੋ। ਉਹਨੇ ਪੈਰ ਪਰੇ ਕਰ ਲਏ। ਬੱਚਾ ਖੇਡਦਾ ਪਿਆ ਸੀ ਖਾਲਸਾ ਜੀ। ਬਾਬਾ ਜੀ ਸੇਵਾ ਕਰਨੀ ਸ਼ੁਰੂ ਕਰਤੀ। ਅੱਖਾਂ ਨੀਵੀਆਂ ਹੀ ਬਸ ਸੇਵਾ ਕਰਦੇ। ਝੋਲਾ ਥੋੜਾ ਜਿਹਾ ਟੰਗਿਆ ਹੁੰਦਾ ਸੀ, ਉੱਥੇ ਬਿੱਠਾਂ ਪਾਈ ਜਾ ਰਹੀਆਂ। ਗੁਰੂ ਘਰ ਦੇ ਕੀਰਤਨੀਏ ਘਰ ਜਾ ਕੇ ਉਹਨਾਂ ਨੇ ਇਸ਼ਨਾਨ ਕੀਤਾ, ਬੇਟੀ ਨੂੰ ਇਸ਼ਨਾਨ ਕਰਾਇਆ। ਉਹ ਬੇਟੀ ਬਣੀ ਹੋਈ ਖਾਲਸਾ ਜੀ। ਉਹ ਲੜਕਾ ਬੇਟੀ ਹੁਣ ਦੇਖਣ ਵੀ ਕੀ ਪਾਣਾ ਵਰਤਿਆ। ਸਵੇਰੇ ਤਾਂ ਲੜਕਾ ਸੀ, ਇਹ ਹੁਣ ਲੜਕੀ ਬਣ ਗਈ। ਸਾਰੀ ਗੱਲ ਸੋਚੀ ਉਹਨੇ ਵੀ ਕਿੱਥੇ ਕਿੱਥੇ ਗਿਆ ਸੀ। ਫਿਰ ਗੱਲ ਯਾਦ ਆ ਗਈ, ਉੱਥੇ ਗਏ ਸੀ ਮਹਾਂਪੁਰਖਾਂ ਕੋਲ। ਫਿਰ ਇਹਨਾਂ ਨੇ ਦੂਜਾ ਤਰੀਕਾ ਵਰਤਿਆ ਵੀ ਚਲੋ ਕੱਲ ਕੱਪੜੇ ਪਾਓ ਇਹਨਾਂ ਨੂੰ, ਲੜਕਿਆਂ ਵਾਲੇ, ਲੜਕੇ ਵਾਲੇ ਕੱਪੜੇ ਪਵਾ ਕੇ ਇਹਨਾਂ ਨੂੰ। ਫਿਰ ਕਿਹਾ ਬੇਟਾ ਉੱਥੇ ਹੀ ਪੈਰ ਰੱਖਣਾ ਹੀ ਚੰਗੀ ਤਰ੍ਹਾਂ, ਯਾਦ ਰੱਖ ਲਈ, ਅੱਜ ਨਾ ਭੁੱਲ ਜਾਈ। ਜੇ ਅੱਜ ਭੁੱਲ ਗਿਆ ਸਾਰੀ ਉਮਰ ਫਿਰ ਤੂੰ ਇਹੀ ਰਹਿ ਜਾਏਗਾ। ਉਹਨੂੰ ਸਿਖਾ ਕੇ ਲਿਆਏ ਘਰੋਂ ਖਾਲਸਾ ਜੀ। ਉਹ ਬੇਟਾ ਉੱਥੇ ਪੈਰ ਰੱਖ ਦੇ, ਜਾਣ ਕੇ ਉੱਥੋਂ ਲੰਘਾ ਕੇ ਲਿਆਏ। ਉੱਥੇ ਫਿਰ ਪੈਰ ਰੱਖਿਆ। ਮਹਾਂਪੁਰਸ਼ਾਂ ਨੇ ਗੁੱਸਾ ਨਹੀਂ ਕੀਤਾ ਖਾਲਸਾ ਜੀ। ਇਹਨੂੰ ਕਹਿੰਦੇ ਸ਼ਾਂਤ ਹਿਰਦੇ ਵਾਲੇ। ਕਹਿਣਗੇ ਬੇਟਾ ਆਪਣੇ ਚਰਨ ਪਰੇ ਕਰ ਲੈ, ਸੇਵਾ ਕਰਨ ਦੇ। ਕਹਿਣ ਦੀ ਦੇਰ ਇਸ਼ਨਾਨ ਕਰਾਇਆ ਬੇਟਾ ਖਾਲਸਾ ਜੀ। ਸਤਿ ਸ੍ਰੀ ਅਕਾਲ। ਇਹ ਮਹਾਂਪੁਰਖਾਂ ਤੇ ਗੁਰੂ ਤਾਂ ਇੱਕੋ ਹੀ ਰੂਪ ਹੈ। ਵੈਸੇ ਤਾਂ ਗੁਰੂ ਕਿਤਨਾ ਵੱਡਾ ਹੈ, ਰੱਬ ਕਿਤਨਾ ਵੱਡਾ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਇਹ ਬਾਣੀ ਹੈ, ਇਹ ਝੂਠੀ ਨਹੀਂ ਹੈ। 16 ਆਨੇ ਕਹਿ ਦੋ ਘੱਟ ਹੀ ਹੈ, ਉਸ ਤੋਂ ਵੱਧ ਸੱਚ ਹੈ ਖਾਲਸਾ ਜੀ। ਇਹ ਅੱਜ ਵੀ ਹੋ ਸਕਦਾ ਹੈ। ਇਹ ਤਾਂ ਸਾਇੰਸ ਫੇਲ ਹੈ, ਸਭ ਕੁਝ ਫੇਲ ਹੈ। ਇਹੀ ਅਰਦਾਸ ਕਰਦੇ ਬਾਬਾ ਮੋਹਨ ਜੀ ਮਹਾਰਾਜ, ਤੁਸੀਂ ਪਰਮੇਸ਼ਰ ਹੋ, ਵੱਡੇ ਹੋ ਮਹਾਰਾਜ, ਸਭ ਕੁਝ ਕਰ ਸਕਦੇ ਹੋ, ਇਤਨੇ ਵੱਡੇ ਹੋ ਮਹਾਰਾਜ, ਤੁਹਾਡੇ ਦੀ ਵਡਿਆਈ ਕੋਈ ਨਹੀਂ ਕਹਿ ਸਕਦਾ। ਭੁਜੰਗ ਛੰਦ ਗੁਰੂ ਰੂਪ ਸਾਰੇ ਜਗੰ ਵਿੱਚ ਵਿਆਪੇ। ਤੁਸੀਂ ਗੁਰੂ ਰੂਪ ਬਣ ਕੇ ਸਾਰੇ ਜਗਤ ਵਿੱਚ ਵਿਆਪਕ ਹੋਏ ਹੋ। ਨਿਜੰ ਸਿੱਖ ਦਾਸਾਨ ਕੇ ਤਾਪ ਖਾਪੇ। ਤੁਸੀਂ ਮਹਾਰਾਜ ਆਪਣੇ ਸਿੱਖਾਂ ਦੇ ਦਾਸਾਂ ਦੇ ਪਾਪਾਂ ਨੂੰ ਖਤਮ ਕਰਨ ਵਾਲੇ ਹੋ। ਪ੍ਰਭੂ ਈਸ਼ ਗਿਆਨੰ ਗੁਣੰ ਕੇਰ ਧਾਮੰ। ਪ੍ਰਭੂ ਈਸ਼ ਗਿਆਨੰ ਗੁਣੰ ਕੇਰ ਧਾਮੰ। ਇਹਦੀ ਚਾਲੇ ਹੁੰਦੀ ਖਾਲਸਾ ਜੀ। ਭੁਜੰਗ ਪ੍ਰਿਆ ਚੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਗੁਰੂਪੇ ਨਮਸਤੰ ਅਨੂਪੇ। ਭੁਜੰਗ ਦੀ ਸੱਪ ਦੀ ਚਾਲ ਵਾਂਗ। ਇਹ ਮਹਾਰਾਜ ਤੁਸੀਂ ਪ੍ਰਭੂ ਰੂਪ ਹੋ, ਈਸ਼ਰ ਹੋ। ਈਸ਼ ਕਹਿੰਦੇ ਮਾਇਆ ਸ਼ਬਦ ਈਸ਼ ਕਹੀਅਤ ਹੈ। ਤੁਹਾਡੇ 'ਚ ਮਾਇਆ ਹੈ, ਪਰ ਤੁਹਾਨੂੰ ਮਾਇਆ ਵਿਆਪਦੀ ਨਹੀਂ। ਇਸ ਕਰਕੇ ਮਹਾਰਾਜ ਗੁਣਾ ਦੇ ਭੰਡਾਰੇ ਹੋ ਆਪ ਜੀ। ਨਿਰਹੰ ਨਿਰਬਾਨੰ ਸਦਾਹੀਨ ਕਾਮੰ। ਤੁਹਾਨੂੰ ਕੋਈ ਇੱਛਾ ਨਹੀਂ ਮਹਾਰਾਜ, ਤੁਸੀਂ ਨਿਰਬੰਧ ਹੋ, ਬਿਨਾ ਬੰਧਨ ਤੋਂ ਹੋ, ਬਿਨਾ ਕਾਮਨਾ ਤੋਂ ਰਹਿਣ ਵਾਲੇ ਹੋ।
ऐसे हो गुरु अमरदास महाराज, मेरी बख्शिंद करो महाराज, बंद खलासी करो, मेरे पापा ਨੂੰ माफ करो। किवें अरदास कर रहे हैं बाबा मोहन जी गुरु अमरदास महाराज ਦੇ ਚਰਨਾਂ ਤੇ ਖਾਲਸਾ ਜੀਓ। ਅਜੇ ਅਰਦਾਸਾਂ ਹੋਣਗੀਆਂ। ਅਰਦਾਸ ਹੁੰਦੀ ਹੈ ਅੰਦਰੋਂ ਹੀ ਬਸ, ਜਿੱਥੇ ਲਫ਼ਜ਼ ਖਤਮ ਹੋ ਜਾਣ ਅਸਲ ਅਰਦਾਸ ਉੱਥੋਂ ਸ਼ੁਰੂ ਹੁੰਦੀ ਹੈ। ਅੰਦਰ ਰੂਹਾਨੀ ਤਲ ਤੇ ਜਦੋਂ ਬੇਨਤੀਆਂ ਬਾਹਰ ਆਣ, ਮਹਾਰਾਜ ਮਾਫ ਕਰੋ, ਬਖਸ਼ਿੰਦ ਹੋ ਬਾਹਰ, ਜੇ ਸੁਰਤੀ ਜੁੜ ਜਾਵੇ ਨਾ, ਉੱਥੋਂ ਅਰਦਾਸ ਸ਼ੁਰੂ ਹੁੰਦੀ ਖਾਲਸਾ ਜੀਓ। ਤੇ ਕਿਵੇਂ ਅਰਦਾਸ ਕਰ ਰਹੇ ਬਾਬਾ ਮੋਹਨ ਜੀ, ਇਹ ਵਾਰਤਾ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸ਼ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ।